मन्ने सुरत होवे मन बुद्ध, मन्ने सगल भावन की सुध, मन्ने मोह चोटा ना खाए, मन्ने जम के साथ न जाए। ऐसा नाम निरंजन होए, जे को मन जाने मन को। जो जो भी मन लेंदे हन। पहला मन्ने शब्द नन्ने ते एक ला है। ये दूजी पौड़ी मन्ने नन्ने ते दो लावां ने बहुवचन ने। जेड़े भी मन लेंदे ने सुन सुन के मन लेंदे ने। महाराज कहंदे ने मन्ने सुरत होवे मन बुद्ध। सुरत दे अर्थ तीन ने। प्रथम ते सुरत दे अर्थ ने सुनना। ध्यान अगर सरवना दे कोल होवे, कन्ना दे कोल होवे और पूरी ध्यान दी एकाग्रता कन दे कोल होवे ते कन्ना दे जो शब्द पै रहा होवे उसे च ध्यान जुड़िया होवे, इसनूं कहंदे ने ये ते श्रोता है, ये ते सुरत दे च है। जिहड़ा इतनी गहरी सुरत दे च होवे, श्रोता होवे, सुन रहा होवे, उन्होंने मनण दी जांच आ जाती है और जैसे मनदा है उन्होंने समझ पै जाती है, उन्होंने सुरत आ जाती है और जैसे सुरत आ जाती है फिर उसकी सुरत जुड़ जाती है। वो पूर्ण तौर पर उस परमात्मा नाल जुड़ जाता है। सुरत सुनना, सुरत समझना, सुरत जुड़ना। तो महाराज इत्थे कह रहे ने मन्ने सुरत होवे मन बुद्ध। जो मन लेंदे ने उन्हां दी बुद्ध नूं समझ आ जाती है, सुरत आ जाती है, सूझ प्राप्त हो जाती है उस परमात्मा दी। मन्ने सगल भवन की सुध। जो परमात्मा नूं मन लैंदा है ते परमात्मा जिस दे अंदर साक्षात्कार हो जाता है तो परमात्मा दे ते सब कुछ है। सारे ब्रह्मंड, सारे खंड, सूरज चंद तारे, ये सब कुछ ते परमात्मा दे च है। परमात्मा दी सूझ सब कुछ दी सूझ है, सब कुछ दी सूझ सब कुछ दी सूझ नहीं है। परमात्मा दी सूझ ही सब कुछ दी सूझ है। अगर एक कला दे बारे कोई मनुख सूझबूझ रखता है तो देखण दे चाया किसी एक कला दे निपुण मनुख बाकी हर पासों अज्ञानी हो जाता है। एक चोटी दा संगीतकार चोटी दा कवि नहीं होता और एक महान कवि महान चित्रकार नहीं होता और एक महान चित्रकार महान संगतराश नहीं होता। किसी भी एक कला ते सियाणप दे जो बहुत अगे लंघ जाता है, बहुत अगे लंघ जाता है, बाकी हर दिशावां दे वो पछड़ जाता है, बिल्कुल पछड़ जाता है। इस वास्ते कई दफ़ा बड़े बड़े दार्शनिक, कवि, फिलोसफर, संगीतकार, संगतराश, चित्रकार अनैतिक देखे गए ने, नीति की पालना नहीं करते।
ਔਰ ਬਿਲਕੁਲ ਬਚਕਾਨਾ ਜੀਵਨ ਜਿਹਾ ਬਤੀਤ ਕਰਨ ਲੱਗ ਪੈਂਦੇ ਨੇ, ਜਿਨ੍ਹਾਂ ਨੂੰ ਦੇਖ ਕੇ ਆਮ ਨੈਤਿਕ ਬੰਦੇ ਵੀ ਹੈਰਾਨ ਹੋ ਜਾਂਦੇ ਨੇ। ਭਾਵੇਂ ਉਹ ਦਾਰਸ਼ਨਿਕ ਨਹੀਂ ਆਉਂਦੇ, ਫਿਲਾਸਫਰ ਨਹੀਂ ਆਉਂਦੇ, ਕਲਾਕਾਰ ਨਹੀਂ ਆਉਂਦੇ, ਲੇਕਿਨ ਨੈਤਿਕ ਹੁੰਦੇ ਨੇ। ਜਿਤਨੀ ਨੈਤਿਕਤਾ ਦੀ ਉਹ ਪਾਲਣਾ ਕਰਦੇ ਨੇ, ਕਈ ਦਫਾ ਇੱਕ ਮਹਾਨ ਦਾਰਸ਼ਨਿਕ, ਇੱਕ ਕਵੀ, ਇੱਕ ਸੰਗੀਤਕਾਰ ਉਤਨੀ ਵੀ ਪਾਲਣਾ ਨਹੀਂ ਕਰਦਾ। ਉਹਦਾ ਇੱਕੋ ਇੱਕ ਕਾਰਨ, ਕਿਸੇ ਵੀ ਇੱਕ ਕਲਾ ਵਿੱਚ ਬਹੁਤ ਅੱਗੇ ਲੰਘ ਜਾਣ ਨਾਲ ਮਨੁੱਖ ਸੈਂਕੜੇ ਦਿਸ਼ਾਵਾਂ ਵਿੱਚ ਪਛੜ ਕੇ ਰਹਿ ਜਾਂਦਾ। ਇਸ ਵਾਸਤੇ ਕਿਸੇ ਮਹਾਨ ਕਵੀ ਦੀ, ਸ਼ਾਇਰ ਦੀ ਮਹਾਨ ਰਚਨਾ ਉਸ ਤੋਂ ਸੁਣ ਕੇ ਕਿਧਰੇ ਅੰਦਰ ਇਹ ਧਾਰਨਾ ਨਾ ਬਿਠਾ ਲੈਣੀ ਕਿ ਮਹਾਨ ਹੋਵੇਗਾ, ਮਹਾਨ ਹੋਵੇਗਾ। ਨਹੀਂ, ਇਹ ਛੋਟੇ ਮੋਟੇ ਅਨੈਤਿਕ ਨਹੀਂ ਹੁੰਦੇ। ਜਦ ਬਹੁਤ ਉਚਾਈਆਂ ਤੋਂ ਗਿਰਦੇ ਨੇ ਤਾਂ ਚੋਟ ਵੀ ਬਹੁਤ ਗਹਿਰੀ ਲੱਗਦੀ ਹੈ। ਇਸ ਵਾਸਤੇ ਇਹ ਜਦ ਅਨੈਤਿਕ ਹੁੰਦੇ ਨੇ ਤਾਂ ਬਿਲਕੁਲ ਪੂਰਨ ਤੌਰ ਤੇ ਅਨੈਤਿਕ ਹੋ ਜਾਂਦੇ ਨੇ। ਇਸ ਵਾਸਤੇ ਕਿਸੇ ਵੀ ਇੱਕ ਦਿਸ਼ਾ ਵਿੱਚ ਅੱਗੇ ਵੱਧ ਜਾਣ ਨਾਲ ਹਜ਼ਾਰਾਂ ਦਿਸ਼ਾ ਵਿੱਚ ਮਨੁੱਖ ਪਛੜ ਜਾਂਦਾ ਹੈ। ਉਸ ਦੀ ਸੂਝ-ਬੂਝ ਉਸ ਨੂੰ ਨਹੀਂ ਰਹਿੰਦੀ। ਪਰ ਜਿਸ ਦੇ ਅੰਦਰ ਪ੍ਰਮਾਤਮਾ ਦਾ ਪ੍ਰਕਾਸ਼ ਹੋ ਗਿਆ, ਪ੍ਰਮਾਤਮਾ ਦੀ ਸਮਝ ਹੈ, ਉਸ ਨੂੰ ਫਿਰ ਸਭ ਕੁਝ ਦੀ ਸਮਝ ਹੈ। ਇੱਕ ਚੋਟੀ ਦਾ ਕਲਾਕਾਰ ਚੋਟੀ ਦਾ ਸਾਇੰਟਿਸਟ ਨਹੀਂ ਹੁੰਦਾ। ਇੱਕ ਚੋਟੀ ਦਾ ਸਾਇੰਟਿਸਟ ਕੋਈ ਚੋਟੀ ਦਾ ਕਲਾਕਾਰ ਨਹੀਂ ਹੁੰਦਾ। ਲੇਕਿਨ ਜਿਸਨੇ ਪ੍ਰਮਾਤਮਾ ਨੂੰ ਜਾਣਿਆ ਹੈ, ਜੋ ਪੂਰਨ ਸੰਤ ਹੈ, ਉਹ ਕਲਾ ਤੇ ਵਿਗਿਆਨ ਬਾਰੇ ਵੀ ਸੂਝ ਰੱਖਦਾ ਹੈ। ਕਿਉਂਕਿ ਪ੍ਰਮਾਤਮਾ ਜਦ ਉਸ ਦੇ ਅੰਦਰ ਪ੍ਰਕਾਸ਼ਮਾਨ ਹੋਇਆ ਹੈ ਤਾਂ ਸਭ ਕੁਝ ਤੇ ਪ੍ਰਮਾਤਮਾ ਦੇ ਵਿੱਚ ਹੈ, ਤਾਂ ਉਸ ਨੂੰ ਸਭ ਕੁਝ ਦੀ ਸਮਝ ਆ ਜਾਂਦੀ ਹੈ। ਮੰਨੇ ਸਗਲ ਭਵਨ ਕੀ ਸੁਧ, ਉਹਨੂੰ ਸਾਰੇ ਭਵਨਾਂ ਦੀ ਸਮਝ ਆ ਜਾਂਦੀ ਹੈ। ਜਿਤਨੇ ਖੰਡ ਬ੍ਰਹਿਮੰਡ ਜੀਵਾਂ ਦੇ ਰਹਿਣ ਦੇ ਠਿਕਾਣੇ ਉਸ ਪਰਿਪੂਰਨ ਪ੍ਰਮਾਤਮਾ ਨੇ ਬਣਾਏ ਨੇ, ਸਭ ਕੁਝ ਦੀ ਉਸ ਨੂੰ ਸੂਝ ਪ੍ਰਾਪਤ ਹੋ ਜਾਂਦੀ ਹੈ। ਮੰਨੇ ਮੋਹ ਚੋਟਾ ਨਾ ਖਾਏ। ਜੋ ਪਰਿਪੂਰਨ ਪ੍ਰਮਾਤਮਾ ਨੂੰ ਮੰਨ ਲੈਂਦੇ ਨੇ, ਉਹ ਮੂੰਹ ਦੇ ਉੱਤੇ ਵਿਕਾਰਾਂ ਦੀ ਚੋਟਾਂ ਨਹੀਂ ਖਾਂਦੇ। ਜੈਸੇ ਲੋਭੀ ਮਨੁੱਖ ਦਾ ਚਿਹਰਾ ਕੁਛ ਹੋਰ ਹੋ ਜਾਂਦਾ ਹੈ, ਔਰ ਇਹ ਸਮਝ ਲਓ ਲੋਭ ਦੀ ਮਾਰੀ ਹੋਈ ਚਪੇੜ ਹੈ ਮੂੰਹ ਤੇ ਪੈਂਦੀ। ਅਤਿਅੰਤ ਵਾਸ਼ਨਾ ਦੇ ਗ੍ਰਸੇ ਹੋਏ ਮਨੁੱਖ ਦਾ ਚਿਹਰਾ ਕੁਛ ਹੋਰ ਹੋ ਜਾਂਦਾ ਹੈ। ਪਰਬਲ ਹੰਕਾਰੀ ਮਨੁੱਖ ਦਾ ਚਿਹਰਾ ਕੁਛ ਹੋਰ ਹੋ ਜਾਂਦਾ ਹੈ, ਔਰ ਪਰਬਲ ਕ੍ਰੋਧੀ ਮਨੁੱਖ ਦਾ ਚਿਹਰਾ ਡਰਾਉਣਾ ਹੋ ਜਾਂਦਾ ਹੈ, ਮਾਨੋ ਕ੍ਰੋਧ ਨੇ ਉਸ ਦੇ ਮੂੰਹ ਤੇ ਚਪੇੜ ਮਾਰੀ ਹੈ। ਇਸ ਤਰ੍ਹਾਂ ਮੋਹ ਵਿੱਚ ਗ੍ਰਸੇ ਹੋਏ ਮਨੁੱਖ ਦੀਆਂ ਅੱਖਾਂ ਤੇ ਚਿਹਰਾ ਵੀ ਕੁਛ ਹੋਰ ਹੋ ਜਾਂਦਾ ਹੈ। ਵਿਕਾਰਾਂ ਦੀ ਆਪਣੀ ਚੋਟ ਹੈ, ਈਰਸ਼ਾ ਹੈ, ਨਿੰਦਾ ਹੈ, ਦੁਬਦਾ ਹੈ। ਇਹਨਾਂ ਦੀਆਂ ਚੋਟਾਂ ਉਹ ਮਨੁੱਖ ਨਹੀਂ ਖਾਂਦੇ ਜੋ ਪਰਿਪੂਰਨ ਪ੍ਰਮਾਤਮਾ ਨੂੰ ਮੰਨ ਲੈਂਦੇ ਨੇ। ਮੰਨੇ ਜਮ ਕੇ ਸਾਥ ਨਾ ਜਾਏ। ਜੋ ਪਰਿਪੂਰਨ ਪ੍ਰਮਾਤਮਾ ਨੂੰ ਮੰਨ ਲੈਂਦੇ ਨੇ, ਜਮਾਂ ਤੋਂ ਉਹਨਾਂ ਨੂੰ ਛੁਟਕਾਰਾ ਪ੍ਰਾਪਤ ਹੋ ਜਾਂਦਾ ਹੈ। ਭਾਵ ਬਾਰ-ਬਾਰ ਜਨਮ ਦੀ ਸ਼ੈਲੀ ਵਿੱਚ ਉਹ ਨਹੀਂ ਪੈਂਦੇ। ਜਮਾਂ ਦੀ ਮਾਰ ਵਾਸਤਵਿਕ ਜਨਮਾਂ ਦੀ ਮਾਰ ਹੈ। ਕਿਉਂਕਿ ਦੁੱਖ ਭੋਗਣ ਲਈ ਜਨਮ ਤੇ ਚਾਹੀਦਾ ਹੈ, ਤਾਂ ਜਨਮ ਹੀ ਮਹਾਨ ਦੁੱਖ ਹੈ। ਜਮ ਜਮ ਮਰੇ, ਮਰੇ ਫੁਨ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਬੇ। ਅਗਰ ਜਨਮ ਹੋ ਗਿਆ तो सारे दुखों की कतार
ये देखेगा, सारे दुख ये भोगेगा, क्योंकि जन्म दुख है, जीवन दुख है और फिर मरण दुख है। तो जो परिपूर्ण परमात्मा ਨੂੰ ਮੰਨ ਲੈਂਦੇ ਨੇ, ਜਮਾਂ ਤੋਂ ਉਹਨਾਂ ਦਾ ਛੁਟਕਾਰਾ ਹੋ ਜਾਂਦਾ ਹੈ। ਉਹ ਵੱਖ-ਵੱਖ ਯੋਨੀਆਂ ਦੇ 'ਚ ਨਹੀਂ ਪੈਂਦੇ ਔਰ ਉਸ ਅਕਾਲ ਪੁਰਖ परिपूर्ण परमात्मा ਦੇ 'ਚ ਵਾਸ ਕਰਕੇ ਆਨੰਦ ਮਾਣਦੇ ਨੇ। जैसे बूंद सागर ਦੇ 'ਚ ਲੀਨ ਹੋਈ तो सागर ਦਾ रूप हो गई। ऐसा नाम निरंजन होए। परमात्मा दा नाम ऐसा कालक तो रहत है, धबियां तो रहत है, ऐसा निर्लेप है, जे को मन जाने मन कोय। जेड़ा भी उसनों मन लेंदा है ਉਹੀ ਜਾਣਦਾ ਹੈ। ਮੰਨਣ ਵਾਲੇ ਹੀ ਉਸ ਅਵਸਥਾ ਦੇ ਆਨੰਦ ਨੂੰ ਜਾਣਦੇ ਨੇ। ਕਾਸ਼ ਵਿਗਿਆਨ ਦੀ ਤਰ੍ਹਾਂ, ਕਲਾ ਦੀ ਤਰ੍ਹਾਂ ਪਰਮਾਤਮਾ ਦੀ ਜਾਣਕਾਰੀ ਵੀ ਦਿੱਤੀ ਜਾ ਸਕਦੀ ਤਾਂ ਜਗਤ ਦੇ 'ਚ ਨਾਸਤਿਕਤਾ ਨਹੀਂ ਆਉਣੀ ਸੀ, ਜਗਤ ਦੇ 'ਚ ਇਤਨੀ ਅਸ਼ਰਧਾ ਨਹੀਂ ਆਉਣੀ ਸੀ ਔਰ ਜਗਤ ਦੇ 'ਚ धर्म दे फोके अंधविश्वास करके इतना खून खराबा नहीं होना सी। धार्मिक जगत दे व्यर्थ दे इतने कर्म कांड भी नहीं होने सन और जीवन एक कीमती जीवन व्यर्थ दे कर्म कांड दे जाया भी नहीं जाना सी। पर इति जो जान लैंदा है और ਉਹੀ रस ਨੂੰ ਮਾਣਦਾ ਹੈ, ਉਹੀ ਆਨੰਦ ਨੂੰ ਮਾਣਦਾ ਹੈ, ਉਹ ਕਹਿਣ ਦੇ 'ਚ ਅਸਮਰਥ ਹੋ ਜਾਂਦਾ ਹੈ, ਦੱਸਣ ਦੇ 'ਚ ਅਸਮਰਥ ਹੋ ਜਾਂਦਾ ਹੈ, ਜਿਸ ਨੂੰ ਭਗਤ ਕਬੀਰ ਇੰਜ ਕਹਿੰਦੇ ਨੇ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਮਿਠਾਈ ਖਾ ਲਈਏ ਗੂੰਗੇ ਨੇ, ਹੁਣ ਉਸ ਨੂੰ ਪੁੱਛੀਏ ਦੱਸ तो की बयान करे। उसका चेहरा, उसकी खुशी ये तो दसेगी कि कुछ इसनों रस आ रहा है, पर की रस आ रहा है वो की दसे। धन गुरु अर्जन देव जी महाराज भी फरमान करते हैं, बिस्म 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 ही भई है, लाल गुलाल रंगारे, कहो नानक संतन रस आई है, ज्यों चाक गूंगा मुस्कारे। गूंगे ने कुछ स्वाद चखे, आनंद आया है, मुस्कुराया है, पर कहण तो असमर्थ है। परमात्मा दा ओ महारस जद भी किसी ने माणे है तो जबान बहुत छोटी प्रतीत हुई है और वो कहण तो असमर्थ रहे ने। क्या हो कथी कथे कथ देखा, मैं अकथ ना कथ ना जाई। मैं कथन कर कर के वेख ले, वो कथनी दे नहीं आउंदा। जैसे पूर्ण सागर नो गागर दे भरना औखा है, उस रस ਨੂੰ, उस आनंद ਨੂੰ ਬਿਆਨ ਕਰਨਾ ਵੀ ਅਤੀ ਕਠਿਨ ਹੈ, ਅਤੀ ਕਠਿਨ ਹੈ। ਜੋ ਜਾਣ ਲੈਂਦਾ ਹੈ ਉਹ ਮਾਣਦਾ ਹੈ ਔਰ ਜੋ ਮਾਣਦਾ ਹੈ ਉਹ ਜਣਾ ਨਹੀਂ ਸਕਦਾ। ਜੇ ਕੋ ਮਨ ਜਾਣੇ ਮਨ ਕੋਏ। ਪਰਮਾਤਮਾ ਦਾ ਨਾਮ ਐਸਾ ਧਬਿਆਂ ਤੋਂ ਰਹਿਤ ਹੈ, ਜਿਹੜਾ ਮੰਨ ਲੈਂਦਾ ਹੈ ਉਹੀ ਜਾਣਦਾ ਹੈ ਔਰ ਜੋ ਜਾਣਦਾ ਹੈ ਉਹ ਜਣਾ ਨਹੀਂ ਸਕਦਾ। उसका निजी अनुभव हो जाता है।